153 ਦੇਸ਼ਾਂ ਦੇ 11,000 ਵਿਗਿਆਨੀਆਂ ਨੇ ਇਹ ਗੱਲ ਦੇ ਲਈ ਆਗਾਹ ਕੀਤਾ ਹੈ ਕਿ ਦੁਨੀਆ ਦੇ ਉੱਤੇ ਬਹੁਤ ਵੱਡੀ ਤਬਾਹੀ ਮਚਣ ਵਾਲੀ ਹੈ। ਉਹਨਾਂ ਨੇ ਬੂਮਿੰਗ 에ਅਰ ਪੈਸੇਂਜਰ ਜਿਹੜਾ ਨੰਬਰਸ ਕਿਹਾ ਹੈਗਾ ਕਿ ਇਹ ਟਰਮ ਵਰਤੀ ਹੈ। ਕੁਦਰਤ ਕਦੇ ਮਨੁੱਖ ਤੇ ਕਹਿਰ ਨਹੀਂ ਕਰਦੀ, ਮਨੁੱਖ ਕੁਦਰਤ ਦੇ ਉੱਤੇ ਕਹਿਰ ਕਰਦਾ ਹੈ। ਪੂਰੀ ਦੁਨੀਆ ਦਾ ਜਿਹੜਾ ਈਕੋਸਿਸਟਮ ਹੈ, ਪੂਰੀ ਦੁਨੀਆ ਦਾ ਜਿਹੜਾ ਨੇਚਰ ਸਿਸਟਮ ਹੈ, ਉਹ ਸਾਰਾ ਖਰਾਬ ਹੋਇਆ। ਜਿਹੜਾ ਕਰੋਨਾ ਦਾ ਰੋਗ ਹੈ ਜਾਂ ਬਹੁਤ ਸਾਰੇ ਰੋਗ ਨਵੇਂ ਆਏ ਨੇ ਦੁਨੀਆ ਤੇ, ਬਹੁਤ ਸਾਰੀਆਂ ਮਹਾਮਾਰੀਆਂ ਆਈਆਂ ਨੇ, ਇਹ ਮੀਟ ਚੋਂ ਹੀ ਕਿਹਾ ਗਿਆ। 5-6 ਕਾਰਨ ਨੇ ਜਿਨ੍ਹਾਂ ਨੇ ਦੁਨੀਆ ਦੇ ਉੱਤੇ ਤਬਾਹੀ ਮਚਾਈ ਹੈ। ਸਾਡਾ ਜਿਹੜਾ ਕਾਰਪੋਰੇਟ ਦਾ ਪੂਰਾ ਕਲਚਰ ਹੈ, ਜਿਹੜੀਆਂ ਸਾਡੀਆਂ ਸਰਕਾਰਾਂ ਦਾ ਢਾਂਚਾ, ਉਹ ਪਿਛਲੇ ਦੌਰ 'ਚ ਹੋ ਗਿਆ ਕਿ ਉਹ ਮੁਨਾਫਾ ਕੇਂਦਰਿਤ ਹੋ ਗਈਆਂ, ਮਨੁੱਖ ਕੇਂਦਰਿਤ ਨਹੀਂ ਰਹੀਆਂ, ਨੇਚਰ ਸੈਂਟਰਿਕ ਨਹੀਂ ਰਹੀਆਂ। ਕਾਰਪੋਰੇਟ ਕਿਵੇਂ ਕੈਪੀਟਲ ਇਕੱਠੀ ਕਰ ਰਿਹਾ? ਜੇ ਦੋ ਹੀ ਬੰਦੇ ਅਡਾਨੀ ਤੇ ਬਾਨੀ ਸਾਰਾ ਪੈਸਾ ਇਕੱਠਾ ਕਰ ਲੈਣਗੇ, ਜੇ 90% ਪੈਸਾ ਉਹਨਾਂ ਦੀ ਜੇਬ 'ਚ ਹੋਊਗਾ ਭਾਰਤ ਦਾ, ਇਹ ਅੰਕੜੇ ਨੇ ਕਿ ਕਿਸ ਤਰੀਕੇ ਨਾਲ ਕਾਰਪੋਰੇਟ ਦੀ ਜੇਬ 'ਚ ਪੈਸਾ ਜਾ ਰਿਹਾ ਤੇ ਗਰੀਬ ਹੋਈ ਜਾਂਦਾ, ਅਮੀਰ ਹੋਈ ਜਾਂਦਾ। ਇੱਕ GDP ਕਹਿੰਦੇ, ਇੱਕ GDH ਕਿਹਾ ਜਾਂਦਾ ਕਈ ਮੁਲਕਾਂ 'ਚ, ਗ੍ਰੋਸ ਡੋਮੈਸਟਿਕ ਹੈਪੀਨੈਸ। ਗਰੋਥ ਵੱਧਦੀ ਗਈ ਪਰ ਖੁਸ਼ੀਆਂ ਖੁੱਸਦੀਆਂ ਗਈਆਂ। ਗਰੋਥ ਵੀ ਕਿੰਨਾ ਕੋਲੇ ਗਈ? ਵੱਡੇ ਕਾਰਪੋਰੇਟ ਕੋਲੇ, ਦੁਨੀਆ ਦੇ ਕੋਲ। ਇੱਕ ਬੰਦਾ ਕਹਿੰਦਾ ਕਿ ਸਾਰੀ ਦੁਨੀਆ ਮੈਂ ਹੀ ਕੈਪਚਰ ਕਰ ਲਾਂ, ਸਾਰਾ ਭਾਰਤ ਮੈਂ ਕੈਪਚਰ ਕਰ ਲਾਂ। ਕੀ ਇਹ ਸਿਵਲਾਈਜੇਸ਼ਨ ਆ? ਕੀ ਇਹਨੂੰ ਸੱਭਿਅਤਾ ਕਹੋਗੇ? ਕਿ ਇਹ ਸੱਭਿਅਕ ਹੋਣਾ? ਸੱਭਿਅਤਾ ਕੀ ਹੁੰਦੀ ਹੈ, ਕੀ ਨਹੀਂ ਹੁੰਦੀ ਹੈ, ਸਵਾਲ ਖੜੇ ਹੋ ਜਾਂਦੇ। ਕਿ ਇਹ ਸੱਭਿਅਕ ਲੋਕ ਨੇ ਜਿਹੜੇ ਕਹਿੰਦੇ ਕਿ ਸਾਰੇ ਸਾਧਨ ਸਾਡੇ ਕੋਲ ਆ ਜਾਣ, ਸਾਰੇ ਪੈਸਾ ਸਾਡੇ ਕੋਲ ਆ ਜੇ। ਪੰਜਾਬ ਦੇ ਅੰਦਰ ਤੁਸੀਂ ਪਾਣੀ ਤਬਾਹ ਕਰਤੇ, ਪੰਜਾਬ ਦੇ ਅੰਦਰ ਤੁਸੀਂ ਜੰਗਲ ਤਬਾਹ ਕਰਤੇ, ਪੰਜਾਬ ਦੇ ਅੰਦਰ ਤੁਸੀਂ ਮਾਈਨਿੰਗ ਦੇ ਨਾਲ, ਹੋਰ ਚੀਜ਼ਾਂ ਦੇ ਨਾਲ ਕਿੰਨੀ ਤਬਾਹੀ ਮਚਾਈ ਹੈ। ਕਿਉਂਕਿ ਇੰਡਸਟਰੀਲਿਸਟ ਤਕੜਾ ਗਾ, ਅਮੀਰ ਆ, ਉਹ ਆਪਣੇ ਸਰਕਾਰ ਆਪਣੇ ਮੁਤਾਬਕ ਚਲਾਉਣ ਲੱਗ ਜਾਂਦਾ। ਕਿਸਾਨ ਕਹੀ ਰਹੇ ਨੇ ਨਾ ਕਿ ਅਡਾਨੀ ਤੇ ਬਾਨੀ ਆਪਣੇ ਮੁਤਾਬਕ ਸਰਕਾਰ ਚਲਾ ਰਹੇ ਨੇ। ਜਦੋਂ ਲੋਕ ਲਹਿਰਾਂ ਹੋਣਗੀਆਂ, ਜਦੋਂ ਲੋਕ ਖੜੇ ਹੋਣਗੇ, ਜਦੋਂ ਲੋਕ ਚਤੰਨ ਹੋਣਗੇ, ਜਦੋਂ ਲੋਕਾਂ ਦਾ ਪ੍ਰੈਸ਼ਰ ਹੋਏਗਾ, ਸਰਕਾਰਾਂ ਸਿੱਧੇ ਰਾਹ ਪੈ ਜਾਣਗੀਆਂ। ਪੈਸਾ ਬੰਦੇ ਲਈ ਹੈ ਜਾਂ ਬੰਦਾ ਪੈਸੇ ਲਈ ਹੈ? ਇਹ ਤਾਂ ਲੱਭ ਰਹੇ ਨੇਗੇ ਕਿ ਮੂਨ ਤੇ ਕਿਵੇਂ ਜਾਇਆ ਜਾ ਸਕਦਾ, ਯਾਨੀ ਪੂਰਾ ਪਲੈਨਟ ਹੀ ਚੇਂਜ ਕਰ ਦਈਏ। ਇੱਥੋਂ ਤੱਕ ਵੀ ਭਵਿੱਖਬਾਣੀਆਂ ਹੋਈਆਂ ਨੇ। ਧਰਤੀ ਰਹਿਣ ਯੋਗ ਗ੍ਰਹਿ ਨਹੀਂ ਬਚੇਗਾ, ਕਿਸੇ ਹੋਰ ਗ੍ਰਹਿ ਤੇ ਸ਼ਿਫਟ ਕਰ ਦਿਓ ਇਹਨਾਂ ਨੂੰ। ਸਰਕਾਰਾਂ ਨੂੰ ਲੋਕ ਕਹਿੰਦੇ ਹੈਗੇ, ਇਹੋ ਜਿਹੇ ਵਿਗਿਆਨੀ ਹੱਥ ਬੰਨ੍ਹ ਕੇ ਬੇਨਤੀ ਕਰਦੇ, ਅਸੀਂ ਵੀ ਕਰਦੇ ਹਾਂ ਕਿ ਭਾਈ ਦੁਨੀਆ ਬਚੇਗੀ ਤਾਂ ਹੀ ਰਹੋਗੇ ਜਿਹੜੇ ਸਾਧਨਾਂ ਨੂੰ ਐਕਸਪਲੋਇਟ ਕਰੀ ਜਾਂਦੇ ਹੋ। ਵੱਖ-ਵੱਖ ਦੇਸ਼ਾਂ ਦੇ 11,000 ਵਿਗਿਆਨੀ ਕਹਿ ਰਹੇ ਨੇ ਕਿ ਦੁਨੀਆ ਤਬਾਹ ਹੋਣ ਦੇ ਕੰਢੇ ਤੇ ਹੈ। ਆਖਿਰ ਇਹੋ ਜਿਹੇ ਹਾਲਾਤ ਪੈਦਾ ਕਿਉਂ ਹੋਏ? ਕਿਉਂ ਮਨੁੱਖ ਕੁਦਰਤ ਦੇ ਨਾਲ ਛੇੜਛਾੜ ਕਰ ਰਿਹਾ ਹੈ? ਇਹਨਾਂ ਹੀ ਮਸਲਿਆਂ ਨੂੰ ਅੱਜ ਡੀਕੋਡ ਕਰਦੇ ਹਾਂ ਸਾਡੇ ਖਾਸ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ, ਤੇ ਗੱਲਬਾਤ ਕਰਦੇ ਹਾਂ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ ਹੁਣਾਂ ਦੇ ਨਾਲ। ਤਾਂ ਯਾਦਵਿੰਦਰ ਜੀ, ਵਿਗਿਆਨੀਆਂ ਦੇ ਵੱਲੋਂ ਕਿਹਾ ਗਿਆ ਕਿ ਦੁਨੀਆ ਜਿਹੜੀ ਹੈ ਤਬਾਹ ਹੋਣ ਜਾ ਰਹੀ ਹੈ। ਆਖਿਰ ਵਿਗਿਆਨੀਆਂ ਦੇ ਵੱਲੋਂ ਇਹ ਜਿਹੜੀ ਚੇਤਾਵਨੀ ਦਿੱਤੀ ਗਈ ਹੈ, ਇਹ ਕਿਉਂ ਦਿੱਤੀ ਗਈ ਹੈ? ਦੇਖੋ, 153 ਦੇਸ਼ਾਂ ਦੇ 11,000 ਵਿਗਿਆਨੀਆਂ ਨੇ ਇਹ ਗੱਲ ਦੇ ਲਈ ਆਗਾਹ ਕੀਤਾ ਹੈ ਕਿ ਦੁਨੀਆ ਦੇ ਉੱਤੇ ਬਹੁਤ ਵੱਡੀ ਤਬਾਹੀ ਮਚਣ ਵਾਲੀ ਹੈ। ਔਰ ਦੁਨੀਆ ਦੇ ਉੱਤੇ ਕਹਿਰ ਜਿਹੜਾ ਮਨੁੱਖ ਨੇ ਕੁਦਰਤ ਤੇ ਢਾਹਿਆ ਜੀ, ਇਹ ਉਹਦੀਆਂ ਨਿਸ਼ਾਨੀਆਂ ਨੇ, ਜੋ ਕੁਦਰਤ ਦੇ ਨਾਲ ਖਿਲਵਾੜ ਕੀਤਾ। ਅਕਸਰ ਮੇਨਸਟ੍ਰੀਮ ਮੀਡੀਆ 'ਚ ਇੱਕ ਹੈਡਲਾਈਨ ਹੁੰਦੀ ਹੈ, ਕੁਦਰਤ ਦਾ ਕਹਿਰ। ਕੁਦਰਤ ਦਾ ਕਹਿਰ ਕੁਝ ਵੀ ਨਹੀਂ ਹੁੰਦਾ। ਅਸਲ 'ਚ ਕੁਦਰਤ ਦੇ ਨਾਲ ਜਿਹੜੀ ਮਨੁੱਖ ਨੇ ਛੇੜਛਾੜ ਕੀਤੀ ਹੈ, ਉਹ ਕੁਦਰਤ ਦਾ ਮਨੁੱਖ ਦਾ ਕੁਦਰਤ ਦੇ ਉੱਤੇ ਕੀਤਾ ਕਹਿਰ ਹੈ। ਕੁਦਰਤ ਕਦੇ ਮਨੁੱਖ ਤੇ ਕਹਿਰ ਨਹੀਂ ਕਰਦੀ, ਮਨੁੱਖ ਕੁਦਰਤ ਦੇ ਉੱਤੇ ਕਹਿਰ ਕਰਦਾ। ਜਿਹਦਾ ਨਤੀਜਾ ਇਹ ਹੈ ਕਿ ਅੱਜ ਪੂਰੀ ਦੁਨੀਆ ਦੇ ਅੰਦਰ ਜਿਹੜੀ ਸਾਡੀ ਬਾਇਓਡਾਇਵਰਸਿਟੀ ਹੈ, ਪੂਰੀ ਦੁਨੀਆ ਦਾ ਜਿਹੜਾ ਈਕੋਸਿਸਟਮ ਹੈ, ਪੂਰੀ ਦੁਨੀਆ ਦਾ ਜਿਹੜਾ ਨੇਚਰ ਸਿਸਟਮ ਹੈ, ਉਹ ਸਾਰਾ ਖਰਾਬ ਹੋਇਆ ਗਾ। ਉਹਦੇ 'ਚ ਉਹਨਾਂ ਨੇ ਮੇਜਰ 5-6 ਚੀਜ਼ਾਂ ਕਹੀਆਂ ਨੇ, ਜਿਹੜੀਆਂ ਮੈਂ ਜ਼ਰੂਰ ਦੱਸੂਗਾ ਕਿ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਫੋਕਸ ਕੀਤਾ ਹੈਗਾ। 5-6 ਚੀਜ਼ਾਂ ਉਹਨਾਂ ਨੇ ਕਹੀਆਂ ਨੇ। ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਜਿਹੜੀ ਹਿਊਮਨ ਪਾਪੂਲੇਸ਼ਨ ਗਰੋਥ ਹੈ, ਜਿਹੜੀ ਵੱਧਦੀ ਆਬਾਦੀ ਦਰ ਹੈ, ਯਾਨੀ ਰਿਸੋਰਸ ਕਿੰਨੇ ਆ ਦੁਨੀਆ ਕੋਲੇ ਤੇ ਆਬਾਦੀ ਕਿਸ ਦਰ ਨਾਲ ਵੱਧ ਰਹੀ ਹੈ। ਬਹੁਤ ਸਾਰਾ ਇਹਦੇ 'ਚ ਵੀ ਆਰਗੂਮੈਂਟ ਹੈ ਕਿ ਆਬਾਦੀ ਕਦੇ ਨਹੀਂ ਹੋ ਸਕਦੀ, ਨੇਚਰ 'ਚੋਂ ਨਹੀਂ ਹੁੰਦੇ ਆ। ਪਰ ਇੱਕ ਆਰਗੂਮੈਂਟ ਇਹ ਆਉਂਦਾ ਗਿਆ ਕਿ ਬਹੁਤ ਜ਼ਿਆਦਾ ਆਬਾਦੀ ਜਦੋਂ ਵਧੇਗੀ ਸਾਧਨਾਂ ਦੇ ਉੱਤੇ, ਜਿਸ ਤਰੀਕੇ ਨਾਲ ਹਾਲਾਂਕਿ ਕਿਹਾ ਜਾਂਦਾ ਲੋਕਾਂ ਨਾਲੋਂ ਜ਼ਿਆਦਾ ਐਕਸਪਲਾਇਟ ਸਾਧਨਾਂ ਨੂੰ ਸਟੇਟ ਕਰਦੀ ਹੈ, ਉਹ ਇੱਕ ਅਲੱਗ ਆਰਗੂਮੈਂਟ ਹੈ। ਪਰ ਉਹਨਾਂ ਨੇ ਇਹ ਗੱਲ ਇਸ਼ਾਰਾ ਕੀਤਾ ਕਿ ਵੱਧਦੀ ਜਿਹੜੀ ਪਾਪੂਲੇਸ਼ਨ ਗਰੋਥ ਹੈ, ਮੀਟ ਦੀ ਕੰਜੰਪਸ਼ਨ, ਜਿਹੜਾ ਕਰੋਨਾ ਦਾ ਰੋਗ ਹੈ ਜਾਂ ਬਹੁਤ ਸਾਰੇ ਰੋਗ ਨਵੇਂ ਆਏ ਨੇ ਦੁਨੀਆ ਤੇ, ਬਹੁਤ ਸਾਰੀਆਂ ਮਹਾਮਾਰੀਆਂ ਆਈਆਂ ਨੇ, ਇਹ ਮੀਟ ਚੋਂ ਹੀ ਕਿਹਾ ਗਿਆ ਕਿ ਜਿਹੜਾ ਪਸ਼ੂਆਂ ਨੂੰ ਵੱਢਣਾ, ਚਾਹੇ ਉਹ ਜਲ ਜੀਵ ਨੇ ਚਾਹੇ ਜੰਗਲੀ ਜੀਵ ਨੇ, ਜਿਹੜਾ ਬਹੁਤ ਵੱਡੇ ਪੱਧਰ ਤੇ ਵੱਢਿਆ ਕੱਟਿਆ ਜਾ ਰਿਹਾ, ਉਹਦੇ 'ਚੋਂ ਬਹੁਤ ਸਾਰੀਆਂ ਬਿਮਾਰੀਆਂ ਜਨਮ ਲੈ ਰਹੀਆਂ ਨੇ। ਤੀਜਾ ਉਹਨਾਂ ਨੇ ਕਿਹਾ ਟਰੀ ਕਵਰ ਲਾਸ ਆ, ਜਿਹੜਾ ਸਾਡੇ ਬਹੁਤ ਵੱਡੇ ਪੱਧਰ ਦੇ ਉੱਤੇ ਅਸੀਂ ਜੰਗਲ ਖਤਮ ਕਰਤੇ, ਦੁਨੀਆ ਦੇ ਉੱਤੇ ਆਕਸੀਜਨ ਖਤਮ ਹੋ ਰਹੀ ਹੈ, ਕਾਰਬਨ ਵੱਧ ਰਹੀ ਹੈ। ਜਦੋਂ ਕਾਰਬਨ ਵਧੇਗੀ ਤਾਂ ਸਮੱਸਿਆਵਾਂ ਪੈਦਾ ਹੋਣਗੀਆਂ, ਗਰਮੀ ਵਧੇਗੀ,
ਗਰਮੀ ਵਧਣ ਦੇ ਨਾਲ ਪੂਰੇ এনवायरमेंट ਦੇ ਅੰਦਰ ਜਿਹੜਾ ਪੂਰੀ ਦੁਨੀਆ ਦੇ ਅੰਦਰ ਗਲੋਬਲ ਵਾਰਮਿੰਗ ਦੇਖਦੇ ਹਾਂ ਆਪਾਂ, ਜਿਹੜੇ ਸਾਡੇ ਬਹੁਤ ਵੱਡੇ ਪੱਧਰ ਦੇ ਉੱਤੇ ਪਿਘਲ ਰਹੇ ਨੇ ਜਿੰਨੇ ਵੀ ਸਾਡੇ ਬਰਫ਼ ਦੇ ਜਿੱਥੇ ਜੇ ਆਪਾਂ ਦੇਖੀਏ ਲਗਾਤਾਰ ਸਾਡੇ ਹਿਮਾਲਿਆ 'ਚ ਦੇਖ ਲਓ ਬਹੁਤ ਸਾਰੇ ਗਲੇਸ਼ੀਅਰ ਨੇ ਜਿਹੜੇ ਉਹ ਲਗਾਤਾਰ ਪਿਘਲ ਰਹੇ ਨੇ, ਤਾਂ ਉਹਨਾਂ ਦੇ ਨਾਲ ਵੀ ਬਹੁਤ ਵੱਡਾ ਅਸਰ ਪੈ ਰਿਹਾ। ਤੀਜੀ ਅਗਲੀ ਗੱਲ ਉਹਨਾਂ ਨੇ ਕਹੀ ਹੈ ਐਨਰਜੀ ਦੀ ਕੰਜੰਪਸ਼ਨ ਆ, ਜਿਹੜੀ ਐਨਰਜੀ ਹੈ, ਚਾਹੇ ਉਹ ਬਿਜਲੀ ਹੈ ਜਿਵੇਂ ਪੈਦਾ ਕੀਤੀ ਜਾ ਰਹੀ ਹੈ, ਚਾਹੇ ਪਾਣੀ ਤੋਂ ਪੈਦਾ ਕਰਦੇ ਹਾਂ, ਚਾਹੇ ਕਿਸੇ ਹੋਰ ਚੀਜ਼ ਤੋਂ ਪੈਦਾ ਕਰਦੇ ਹਾਂ, ਜਿਵੇਂ ਤਾਪ ਬਿਜਲੀ ਘਰ ਨੇ, ਜਾਂ ਜਿਵੇਂ ਕੋਲੇ ਤੋਂ ਪੈਦਾ ਹੁੰਦੀ ਹੈ, ਜਾਂ ਜਿਵੇਂ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਾਈਵੇਟਾਈਜ਼ ਹੋ ਕੇ ਆਪਾਂ ਥਰਮਲ ਦੇਖਦੇ ਹਾਂ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਉਹ ਜਿਹੜੀ એનર્ਜੀ ਪੈਦਾ ਹੋ ਰਹੀ ਹੈ ਉਹਦੇ ਨਾਲ ਵੀ। ਔਰ ਲਾਸਟ ਗੱਲ ਉਹਨਾਂ ਨੇ ਕਹੀ ਹੈਗੀ ਖਣਿਜ ਪਦਾਰਥ ਤੇ ਜਿਹੜਾ ਤੇਲ ਹੈ ਇਹਨੂੰ ਵੀ ਜਿਸ ਤਰ੍ਹਾਂ ਕੱਢ ਕੇ ਜਿਸ ਤਰੀਕੇ ਨਾਲ ਵਰਤਿਆ ਜਾ ਰਿਹਾ, ਇਹ 5-6 ਕਾਰਨ ਨੇ ਜਿਨ੍ਹਾਂ ਨੇ ਦੁਨੀਆ ਦੇ ਉੱਤੇ ਤਬਾਹੀ ਮਚਾਈ ਹੈ। ਔਰ ਸਭ ਤੋਂ ਜ਼ਿਆਦਾ ਉਹਨਾਂ ਨੇ ਫੋਕਸ ਇਸੇ ਗੱਲ ਦੇ ਉੱਤੇ ਕੀਤਾ ਕਿ ਬੰਦਾ ਨੇਚਰ ਸੈਂਟਰਿਕ ਨਾ ਹੋ ਕੇ ਜਿਹੜਾ ਮੁਨਾਫਾ ਸੈਂਟਰਿਕ ਹੋ ਗਿਆ। ਸਾਡਾ ਜਿਹੜਾ ਕਾਰਪੋਰੇਟ ਦਾ ਪੂਰਾ ਕਲਚਰ ਹੈ, ਜਿਹੜੀਆਂ ਸਾਡੀਆਂ ਸਰਕਾਰਾਂ ਦਾ ਢਾਂਚਾ, ਉਹ ਪਿਛਲੇ ਦੌਰ 'ਚ ਹੋ ਗਿਆ ਕਿ ਉਹ ਮੁਨਾਫਾ ਕੇਂਦਰਿਤ ਹੋ ਗਈਆਂ, ਮਨੁੱਖ ਕੇਂਦਰਿਤ ਨਹੀਂ ਰਹੀਆਂ, ਨੇਚਰ ਸੈਂਟਰਿਕ ਨਹੀਂ ਰਹੀਆਂ, ਕੁਦਰਤ ਸੈਂਟਰਿਕ ਨਹੀਂ ਤੇ ਨਾ ਹੀ ਮਨੁੱਖ ਸੈਂਟਰਿਕ ਨੇ, ਉਹ ਮੁਨਾਫਾ ਕੇਂਦਰਿਤ ਹੋ ਗਈਆਂ, ਜਿਹਦੇ ਕਰਕੇ ਇਹ ਖਮਿਆਜ਼ੇ ਭੁਗਤਣੇ ਪੈ ਰਹੇ ਨੇ। ਤੇ ਦੁਨੀਆ ਦੇ ਲਈ ਇੱਕ ਬਹੁਤ ਵੱਡਾ ਇਸ਼ਾਰਾ, ਦੁਨੀਆ ਦੇ 11,000 ਸਾਇੰਸਦਾਨਾਂ ਦਾ ਦੁਨੀਆ ਨੂੰ ਇਹ ਕਹਿਣਾ ਕਿ ਤਬਾਹੀ ਮਚਣ ਵਾਲੀ ਹੈ ਜੀ, ਚੇਤਨ ਹੋ ਜੋ, ਚੇਤਨ ਹੋ ਜੋ, ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿ ਚੇਤਨ ਹੋ ਜੋ, ਨਹੀਂ ਤਾਂ ਤੁਸੀਂ ਤੁਹਾਡਾ ਸਿਵਲਾਈਜੇਸ਼ਨ ਤਬਾਹੀ ਦੇ ਕੰਢੇ ਆ, ਪੂਰੇ ਦਾ ਪੂਰਾ ਸਿਵਲਾਈਜੇਸ਼ਨ ਤਬਾਹ ਹੋ ਜਾਏਗਾ। ਕੀ ਲੱਗਦਾ ਕਿ ਜਿਹੜਾ ਵਿਗਿਆਨੀਆਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਇਹ ਸੱਚ ਸਾਬਿਤ ਹੋ ਸਕਦਾ ਜੇਕਰ ਮਨੁੱਖ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੇ ਹਾਲਾਤ ਪੈਦਾ ਕਰਦਾ ਰਿਹਾ? ਜੋ ਕਹਿ ਰਹੇ ਨੇ, ਦੇਖੋ ਵਿਗਿਆਨੀ ਨੇ ਤਾਂ ਹਮੇਸ਼ਾ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਨੀ ਹੈ, ਵਿਗਿਆਨ ਹਮੇਸ਼ਾ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਦਾ ਹੈ। ਤਾਂ ਵਿਗਿਆਨੀ ਅਗਰ ਕਹਿ ਰਹੇ ਨੇ ਪਿਛਲੇ ਦੌਰ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਪੂਰੀ ਦੁਨੀਆ 'ਚ ਕਲਾਈਮੇਟ ਚੇਂਜ ਨੂੰ ਲੈ ਕੇ ਚਰਚਾ ਚੱਲੀ ਹੈ, ਗਲੋਬਲ ਵਾਰਮਿੰਗ ਨੂੰ ਲੈ ਕੇ, ਕਲਾਈਮੇਟ ਚੇਂਜ ਨੂੰ ਲੈ ਕੇ ਦੁਨੀਆ ਦੇ ਕਿੰਨੇ ਮੁਲਕਾਂ ਦੇ ਅੰਦਰ ਜਨੇਵਾ ਦੇ ਅੰਦਰ ਵੱਡੀ ਕਨਵੈਨਸ਼ਨ ਹੋਈ, ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਇਸ ਗੱਲ ਦੇ ਉੱਤੇ ਚਰਚਾ ਹੋਈ। ਔਰ ਲਗਾਤਾਰ ਇੱਕੋ ਗੱਲ ਕਹੀ ਗਈ ਕਿ ਕੁਦਰਤ ਦੇ ਨਾਲ ਜਿਹੜਾ ਮਨੁੱਖ ਦਾ ਰਿਸ਼ਤਾ ਉਹ ਸਹਿਜ ਨਹੀਂ ਰਿਹਾ, ਉਹ ਸੁਭਾਵਿਕ ਨਹੀਂ ਰਿਹਾ। ਪਾਣੀ ਦੇ ਨਾਲ ਬੰਦੇ ਦਾ ਰਿਸ਼ਤਾ, ਜਿਹੜਾ ਜੰਗਲ ਦੇ ਨਾਲ ਬੰਦੇ ਦਾ ਰਿਸ਼ਤਾ, ਜੰਗਲ ਬੰਦਾ ਹਜ਼ਾਰਾਂ ਸਾਲ ਜੰਗਲ 'ਚ ਹੀ ਰਿਹਾ, ਅੱਜ ਉਹ ਕੰਸਟਰਕਸ਼ਨ 'ਚ ਆ, ਜਿਹੜੇ ਬਹੁਤ ਸਾਰੀਆਂ ਅਲਾਮਤਾਂ ਆ ਰਹੀਆਂ ਨੇ ਉਹ ਵੀ ਕੰਸਟਰਕਸ਼ਨ 'ਚੋਂ ਪੈਦਾ ਹੋ ਰਹੀਆਂ ਨੇ। ਜਿਹੜਾ ਕਿਹਾ ਜਾ ਰਿਹਾ ਹੈਗਾ ਬਹੁਤ ਵੱਡੇ ਪੱਧਰ ਦੇ ਉੱਤੇ ਸਟ੍ਰੈਸ ਆ, ਬਹੁਤ ਵੱਡੇ ਪੱਧਰ 'ਤੇ ਡਿਪਰੈਸ਼ਨ ਆ ਲੋਕਾਂ 'ਚ, ਉਹਦੇ ਲਈ ਕੰਸਟਰਕਸ਼ਨ ਵੀ ਇੱਕ ਸਭ ਤੋਂ ਵੱਡਾ ਕਾਰਨ ਆ, ਕਿਉਂਕਿ ਬੰਦੇ ਦਾ ਰਿਸ਼ਤਾ ਜੰਗਲ ਨਾਲ ਸੀ। ਅੱਜ ਵੀ ਕਿਹਾ ਜਾਂਦਾ ਕਿ ਇੱਕ ਬੰਦੇ ਨੂੰ ਫੜ ਕੇ ਤੁਸੀਂ ਡੈਂਸ ਜੰਗਲ 'ਚ ਛੱਡ ਦਿਓ, 15 ਦਿਨਾਂ ਬਾਅਦ ਉਹਦਾ ਸੁਭਾਅ ਚੇਂਜ ਹੋ ਜਾਊਗਾ, 20 ਦਿਨਾਂ ਬਾਅਦ ਉਹਦਾ ਸੁਭਾਅ ਚੇਂਜ ਹੋ, ਮਹੀਨੇ ਬਾਅਦ ਉਹਦੇ ਸਾਰੇ ਬਾਡੀ ਦੇ ਬਹੁਤ ਸਾਰੀ ਚੀਜ਼ਾਂ ਚੇਂਜ ਹੋ ਜਾਣਗੀਆਂ, ਕਿਉਂਕਿ ਉਹ ਅਸਲ ਥਾਂ 'ਤੇ ਚਲਾ ਜਾਊ ਜਿੱਥੋਂ ਆਇਆ। ਪਰ ਕਿਉਂਕਿ ਡਿਵੈਲਪਮੈਂਟ ਇੰਨੀ ਹੋ ਗਈ, ਸਭ ਕੁਝ ਹੋ ਗਿਆ, ਉਹਦੇ 'ਚੋਂ ਉਹਨੂੰ ਰਹਿਣਾ ਪੈ ਰਿਹਾ ਇਹਨਾਂ ਥਾਵਾਂ 'ਤੇ। ਪਰ ਫਿਰ ਵੀ ਨੇਚਰ ਦੇ ਨਾਲ ਰਿਸ਼ਤਾ ਰੱਖਣਾ ਕਿਵੇਂ ਆ, ਕਿਸ ਤਰੀਕੇ ਨਾਲ ਰਹਿਣਾ, ਇਹ ਆਪਣੇ ਆਪ ਦੇ ਅੰਦਰ ਇੰਪੋਰਟੈਂਟ ਗੱਲ ਆ। ਤਾਂ ਇਸ ਗੱਲ ਦੇ ਲਈ ਜਿਹੜੀ 40ਵੀਂ ਜਿਹੜੀ ਫਸਟ ਕਲਾਈਮੇਟ ਜਿਹੜੀ ਕਾਨਫਰੰਸ ਹੋਈ ਸੀਗੀ ਉਹਦੇ 'ਚ ਜਨੇਵਾ ਦੇ ਅੰਦਰ 1979 ਦੇ ਅੰਦਰ, ਉਹਦੇ 'ਚ ਵੀ ਇਹ ਸਾਰੇ ਮਸਲੇ ਬਹੁਤ ਵੱਡੇ ਪੱਧਰ ਦੇ ਉੱਤੇ ਆਏ ਸੀਗੇ ਜੀ। ਹਾਲਾਂਕਿ UN ਦੇ ਵੱਲੋਂ ਵੀ ਉਪਰਾਲੇ ਕੀਤੇ ਜਾਂਦੇ ਰਹੇ ਨੇ, ਸਰਕਾਰਾਂ ਵੀ ਜਿਹੜੀਆਂ ਨੇ ਦੇਸ਼ ਦੀਆਂ ਉਹ ਵੀ ਉਪਰਾਲੇ ਕਰਦੀਆਂ ਨੇ, ਪਰ ਜਿਹੜਾ ਅਸਲ ਹੱਲ ਆ ਉਹ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ। ਹੱਲ ਕੀ ਹੋਣੇ ਚਾਹੀਦੇ? ਦੇਖੋ ਇਹਨਾਂ ਨੇ ਬਹੁਤ ਸਾਰੇ ਸਮਝੌਤੇ, ਜਿਵੇਂ ਅਮਰੀਕਾ ਜਿਹੜੇ ਦੁਨੀਆ ਦੇ ਉੱਤੇ ਸਮਝੌਤੇ ਹੋਏ, ਜਿਹੜੀ ਪੈਰਿਸ ਦੇ ਅੰਦਰ ਬਹੁਤ ਵੱਡੀ ਕਾਨਫਰੰਸ ਹੋਈ, ਹੋਰ ਥਾਵਾਂ ਦੇ ਉੱਤੇ ਹੋਈ, ਅਮਰੀਕਾ ਮੰਨਦਾ ਨਹੀਂ ਰਿਹਾ ਉਹਨਾਂ ਨੂੰ। ਅਮਰੀਕਾ ਦਾ ਇੱਕ ਆਪਣਾ ਡਿਵੈਲਪਮੈਂਟ ਮਾਡਲ ਆ ਜਿਹਦੇ 'ਚ ਉਹ ਕਹਿੰਦਾ ਦੁਨੀਆ ਦੇ ਅੰਦਰ ਵੀ ਉਹਨੇ ਉਸੇ ਤਰੀਕੇ ਨਾਲ ਕਰਨਾ, ਤੇ ਉਹਨੇ ਮੰਨੀਏ ਨਹੀਂ ਉਹ ਗੱਲਾਂ ਨੂੰ, এনवायरमेंट ਦੇ ਸਵਾਲ ਨੂੰ ਨਹੀਂ ਮੰਨਿਆਗਾ। ਔਰ ਅਮਰੀਕਾ ਦੀ ਸਰਕਾਰ ਦੇ ਉੱਤੇ ਬਾਅਦ 'ਚੋਂ ਦਬਾਅ ਪਿਆ, ਬਹੁਤ ਸਾਰੇ ਮੁਲਕਾਂ ਨੇ ਅਮਰੀਕਾ ਦਾ ਦੁਨੀਆ 'ਚ ਵਿਰੋਧ ਹੋਣ ਲੱਗਿਆ, ਫਿਰ ਕਿਤੇ ਸ਼ਰਮੋ ਸ਼ਰਮੀ ਉਹਨਾਂ ਨੇ ਮੋਰਲੀ ਕੁਝ ਗੱਲਾਂ ਮੰਨੀਆਂ। ਜਿਹੜੇ ਕੁਝ ਮੁਲਕ ਨਹੀਂ ਮੰਨ ਰਹੇ ਕਿ ਸਾਡੇ ਲਈ ਇਹ ਸਵਾਲ ਹੀ ਨਹੀਂ ਹੈਗਾ, ਜਿਹੜੇ ਸਿਰਫ ਅੱਖਾਂ ਬੰਦ ਕਰਕੇ ਇੱਕ ਗਰੋਥ ਕਰਨ ਲੱਗੇ ਹੋਏ ਸੀਗੇ, ਉਹ ਗਰੋਥ ਕਿਸ ਤਰੀਕੇ ਦੇ ਨਾਲ ਦੁਨੀਆ ਨੂੰ ਖਤਮ ਕਰ ਰਹੀ ਹੈ। ਵਾਧਾ ਹੋਣਾ ਕੁਆਲਿਟੀ ਹੋਣਾ ਨਹੀਂ ਹੁੰਦਾਗਾ, ਕੁਆਂਟੀਟੀ ਤੇ ਹੋ ਰਹੀ ਹੈਗੀ, ਕੁਆਲਿਟੀ ਕਿੱਥੇ ਹੈਗੀ? ਕੁਆਲਿਟੀ ਲਾਈਫ ਚਲੀ ਗਈ ਲੋਕਾਂ ਤੋਂ। ਜਿੰਨੀਆਂ ਬਿਮਾਰੀਆਂ ਸਹੇੜੀਆਂ ਨੇ ਮਨੁੱਖ ਨੇ, ਜਿਹੜੀਆਂ ਅੱਜ ਮਨੁੱਖ ਨੂੰ ਲੱਗੀਆਂ ਹੋਈਆਂ ਨੇ, ਉਹ ਕਿਉਂ ਲੱਗੀਆਂ ਨੇ? ਉਹ ਨੇਚਰ ਦੇ ਨਾਲ ਵਧੀਆ ਰਿਸ਼ਤਾ ਨਾ ਹੋਣ ਕਰਕੇ ਲੱਗੀਆਂ ਨੇ। ਉਹ ਪਾਣੀ ਦੇ ਨਾਲ ਵਧੀਆ ਰਿਸ਼ਤਾ ਨਾ ਹੋਣ, ਪਾਣੀ ਤੁਸੀਂ ਸਾਰਾ ਪੋਲਿਊਟ ਕਰਤਾ, ਪੋਲਿਊਸ਼ਨ ਇੰਨਾ ਵੱਧ ਗਿਆ। 에ਅਰ ਪੋਲਿਊਸ਼ਨ ਬਾਰੇ ਉਹਨਾਂ ਨੇ ਖਾਸ ਤੌਰ ਦੇ ਉੱਤੇ ਕਿਹਾ ਹੈਗਾ ਕਿ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ 에ਅਰ ਪੋਲਿਊਸ਼ਨ ਆ, ਜਿਹੜੇ ਜਹਾਜ਼ ਚੱਲਦੇ ਨੇ ਜੀ ਆਕਾਸ਼ ਦੇ ਅੰਦਰ, ਬਹੁਤ ਵੱਡੇ ਪੱਧਰ ਦੇ ਉੱਤੇ ਪਿਛਲੇ ਸਾਲਾਂ ਦੇ ਅੰਦਰ ਪ੍ਰਦੂਸ਼ਣ ਪੈਦਾ ਹੋਇਆਗਾ। ਉਹਨਾਂ ਨੇ ਬੂਮਿੰਗ 에ਅਰ ਪੈਸੰਜਰ
ਜਿਹੜਾ ਨੰਬਰਸ ਕਿਹਾ ਹੈਗਾ ਕਿ ਇਹ ਟਰਮ ਵਰਤੀ ਹੈ, ਬਹੁਤ ਵੱਡੇ ਪੱਧਰ ਦੇ ਉੱਤੇ ਹਵਾਈ ਯਾਤਰਾ ਕਰਨ ਵਾਲਿਆਂ ਦਾ ਜਦੋਂ ਨੰਬਰ ਵਧਿਆ, ਇਹਦੇ ਨਾਲ ਜਹਾਜ਼ ਵਧੇ, ਇਹਦੇ ਨਾਲ ਥੱਲੇ ਤਾਂ ਪ੍ਰਦੂਸ਼ਣ ਹੈ ਹੀ ਸੀ, ਆਸਮਾਨ ਦੇ ਅੰਦਰ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਦੂਸ਼ਣ ਜਿਹੜਾ ਫੈਲਦਾ, ਜਹਾਜ਼ ਦੇ ਅੰਦਰ ਕਿੰਨੇ ਕਿੰਨੇ ਇੰਜਨ, ਕਿਸ ਤਰੀਕੇ ਨਾਲ ਸਾਰਾ ਕੁਝ ਚੱਲਦਾ। ਤਾਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਉਹਨਾਂ ਨੇ ਇਸੇ ਕਰਕੇ ਫੋਕਸ ਕੀਤਾ ਕਿ ਜਿਹੜਾ ਦੁਨੀਆ ਦਾ ਮਾਡਲ ਹੈ, ਜਿਸ ਤਰੀਕੇ ਨਾਲ ਬੰਦੇ ਨੇ ਜਿਉਣਾ ਸੀਗਾ, ਜਿਸ ਤਰੀਕੇ ਦਾ ਉਹਦਾ ਰਿਸ਼ਤਾ, ਜਿਵੇਂ ਗੁਰਬਾਣੀ ਦੇ ਅੰਦਰ ਵੀ ਬਾਕੀ ਧਰਮਾਂ ਦੇ ਅੰਦਰ ਵੀ ਬਾਰ-ਬਾਰ ਜ਼ਿਕਰ ਆਉਂਦਾ, ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਨੂੰ ਲੈ ਕੇ ਬਹੁਤ ਲਿਖਿਆ ਗਿਆ ਗੁਰਬਾਣੀ 'ਚ। ਮਤਲਬ ਕਿਹੜਾ ਧਰਮ ਗ੍ਰੰਥ ਆ ਦੁਨੀਆ ਦਾ ਜਾਂ ਕਿਹੜਾ ਫਲਸਫਾ ਜਿਹ 'ਚ ਕੁਦਰਤ ਦੀ ਮਹਿਮਾ ਨਹੀਂ ਹੈ। ਹਰ ਥਾਂ ਦੇ ਉੱਤੇ ਕੁਦਰਤ ਦੀ ਮਹਿਮਾ ਕੀਤੀ ਗਈ ਹੈ। ਆਰਤੀ ਹੈ ਜਿਹੜੀ ਸਾਡੀ ਤਾਂ ਸ਼ੁਰੂਆਤ ਹੁੰਦੀ ਹੈ, ਉਹ ਸਾਰੀ ਆਰਤੀ ਹੀ ਪੂਰੀ ਦੀ ਪੂਰੀ ਕੁਦਰਤ ਦੀ ਮਹਿਮਾ ਦੀ ਹੈ। ਗੁਰੂ ਨਾਨਕ ਦੇਵ ਜੀ ਜਦੋਂ ਆਪਾਂ ਇਹ ਸਾਰੀ ਪੜ੍ਹਦੇ ਆਂਗੇ ਲਗਾਤਾਰ, ਗਗਨ ਮੇਂ ਥਾਲ ਜਿੱਥੋਂ ਸ਼ੁਰੂ ਹੋ ਕੇ ਪੂਰੀ ਦੀ ਪੂਰੀ ਆਰਤੀ ਹੈ ਜਿਹੜੀ, ਉਹ ਕੁਦਰਤ ਦੀ ਮਹਿਮਾ ਦੀ ਆਰਤੀ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਤਾਂ ਉਹ ਰਿਸ਼ਤਾ ਜਿਹੜਾ ਬੰਦੇ ਦਾ ਪਾਣੀ ਨਾਲ, ਧਰਤੀ ਨਾਲ, ਜੀਵਾਂ ਨਾਲ, ਜੰਗਲ ਨਾਲ, ਹਵਾ ਨਾਲ ਰਿਸ਼ਤਾ ਕੀ ਹੋਊਗਾ, ਉਹ ਰਿਸ਼ਤਾ ਮਨੁੱਖ ਨੇ ਖਰਾਬ ਕੀਤਾ, ਜਿਹਦਾ ਨਤੀਜਾ ਇਹ ਹੋਇਆ ਕਿ ਦੁਨੀਆ ਤਬਾਹੀ ਦੇ ਕੰਢੇ ਵੱਲ ਵੱਧ ਰਹੀ ਹੈਗੀ। ਉਹੀ ਨਾ, ਉਤਪਾਦਨ ਵੀ ਵੱਧ ਰਿਹਾ ਆ, ਜਿਹੜੇ ਤਜਰਬੇ ਵੀ ਬਹੁਤ ਸਾਰੇ ਕੀਤੇ ਜਾ ਰਹੇ ਨੇ ਕਿ ਇਹ ਵੀ ਕਿਤੇ ਨਾ ਕਿਤੇ ਕਾਰਨ ਹੋ ਸਕਦੇ ਨੇ ਨਾ, ਕਿਉਂਕਿ ਸਰਕਾਰਾਂ ਨੂੰ ਪਹਿਲਾਂ ਨਹੀਂ ਰੋਕ ਸਕਦੀਆਂ ਕਿ ਕਿਉਂ ਕੀਤਾ ਜਾ ਰਿਹਾ ਅਜਿਹਾ। ਦੇਖੋ ਉਤਪਾਦਨ ਖਾਸ ਤੌਰ ਤੇ ਇਹਨਾਂ ਨੇ ਜ਼ਿਕਰ ਵੀ ਕੀਤਾ ਕਿ ਜਿਹੜੀ GDP ਵੱਧ ਰਹੀ ਹੈ। ਹੁਣ GDP ਕੀ ਹੈ? GDP ਕੀ ਹੈ ਕਿ ਥੋੜ੍ਹੇ ਜਿਹੇ ਲੋਕਾਂ ਕੋਲ ਇੱਕ ਗਰੋਥ ਥੋੜ੍ਹੇ ਜਿਹੇ ਲੋਕਾਂ ਦੇ ਹੱਥਾਂ ਚਲਾ ਗਈ। ਮੈਂ ਉਹੀ ਕਹਿਣਾਗਾ ਕਿ ਪਾਪੂਲੇਸ਼ਨ ਦਾ ਮਸਲਾ ਕੀ ਹੈਗਾ ਕਿ ਪਾਪੂਲੇਸ਼ਨ ਜਦੋਂ ਵੱਧਦੀ ਹੈ, ਇਕੱਲੀ ਪਾਪੂਲੇਸ਼ਨ ਕਰਕੇ ਨਹੀਂ ਦੁਨੀਆ, ਕਿਉਂਕਿ ਕਿਹੜੇ ਸਾਧਨਾਂ ਨੂੰ ਕੌਣ ਐਕਸਪਲਾਇਟ ਕਰ ਰਿਹਾ, ਕੌਣ ਕਿਹੜੇ ਸਾਧਨਾਂ ਦਾ ਸ਼ੋਸ਼ਣ ਕਰ ਰਿਹਾ, ਗੱਲ ਇਹ 'ਤੇ ਖੜੀ ਹੈ। ਲੋਕਾਂ ਕਰਕੇ ਥੋੜ੍ਹੀ ਕ੍ਰਾਈਸਿਸ ਪੈਦਾ ਹੋਇਆ। ਸਰਕਾਰਾਂ ਦੇ ਮਾਡਲ ਕੀ ਨੇ ਚੱਲਣ ਦੇ, ਕਾਰਪੋਰੇਟ ਕਿਵੇਂ ਕੈਪੀਟਲ ਇਕੱਠੀ ਕਰ ਰਿਹਾ। ਜੇ ਦੋ ਹੀ ਬੰਦੇ ਅਡਾਨੀ ਤੇ ਬਾਨੀ ਸਾਰਾ ਪੈਸਾ ਇਕੱਠਾ ਕਰ ਲੈਣਗੇ, ਜੇ 90% ਪੈਸਾ ਉਹਨਾਂ ਦੀ ਜੇਬ 'ਚ ਹੋਊਗਾ ਭਾਰਤ ਦਾ, ਇਹ ਅੰਕੜੇ ਨੇ ਕਿ ਕਿਸ ਤਰੀਕੇ ਨਾਲ ਕਾਰਪੋਰੇਟ ਦੀ ਜੇਬ 'ਚ ਪੈਸਾ ਜਾ ਰਿਹਾ ਤੇ ਗਰੀਬ ਹੋਈ ਜਾਂਦਾ, ਅਮੀਰ ਹੋਈ ਜਾਂਦਾ। ਉਹ ਫਿਰ ਆਪਣੀ ਲੁੱਟ ਦੇ ਲਈ ਕਿਸੇ ਵੀ ਹੱਦ ਤੱਕ ਜਾਂਦਾ, ਉਹਨੂੰ ਕੋਈ ਫਰਕ ਨਹੀਂ ਪੈਂਦਾ ਸਮੁੰਦਰ ਦਾ ਕੀ ਹੁੰਦਾ, ਉਹਨੂੰ ਕੋਈ ਫਰਕ ਨਹੀਂ ਪੈਂਦਾ ਖਾਣਾ ਦਾ ਕੀ ਹੈ। ਵਿਦਾਂਤਾ ਤੇ ਸਵਾਲ ਉੱਠੇ ਪੂਰੇ ਆਪਾਂ ਦੇਖਿਆਗਾ ਕਿਸ ਤਰ੍ਹਾਂ ਮਾਈਨਿੰਗ ਹੋ ਰਹੀ ਹੈ, ਕਿਸ ਤਰ੍ਹਾਂ ਦੇ ਅੰਦਰ ਝਾਰਖੰਡ, ਛੱਤੀਸਗੜ੍ਹ, ਇਹਨਾਂ ਇਲਾਕਿਆਂ ਦੇ ਅੰਦਰ ਕਿੰਨੇ ਵੱਡੇ ਲੋਕਾਂ ਨੇ ਆਪਣੇ, ਉੜੀਸਾ ਦੇ ਅੰਦਰ ਕਿੰਨੇ ਵੱਡੇ ਪੱਧਰ ਤੇ ਵਿਰੋਧ ਕੀਤਾ ਸੀਗਾ। ਤਾਂ ਜਿਹੜਾ ਕਾਰਪੋਰੇਟ ਆ, ਜਿਹੜਾ ਲਾਲਚ ਹੈ, ਚਾਹੇ ਸਰਕਾਰ ਜਦੋਂ ਰਲ ਜਾਂਦੀ ਹੈ, ਕਾਨੂੰਨੀ ਕੈਪੀਟਲਿਜ਼ਮ ਉਸੇ ਨੂੰ ਕਹਿੰਦੇ, ਜਦੋਂ ਸਰਕਾਰ ਤੇ ਕਾਰਪੋਰੇਟ ਰਲ ਜਾਂਦਾ, ਉਹ ਰਲ ਕੇ ਜਦੋਂ ਸਾਧਨਾਂ ਦਾ ਐਕਸਪਲੋਇਟ ਕਰਦੇ ਨੇ, ਸਿੱਟਦੇ ਲੋਕਾਂ ਤੇ ਕਿ ਪਾਪੂਲੇਸ਼ਨ, ਕੱਲਾ ਪਾਪੂਲੇਸ਼ਨ ਨਹੀਂ, ਪਾਪੂਲੇਸ਼ਨ ਵੀ ਇਸ਼ੂ ਆ। ਇਹ ਨਹੀਂ ਹੈ ਕਿ ਪਾਪੂਲੇਸ਼ਨ ਇਸ਼ੂ ਨਹੀਂ ਹੋਣੀ, ਪਰ ਜਿਸ ਤਰੀਕੇ ਨਾਲ ਚੀਜ਼ਾਂ ਨੂੰ ਹੈਂਡਲ ਕਰਨ ਦੀ ਲੋੜ ਆ, ਕਦੇ ਕੀਤੀਆਂ ਨਹੀਂ ਗਈਆਂ। ਸਾਧਨਾਂ ਦਾ ਸ਼ੋਸ਼ਣ ਕਾਰਪੋਰੇਟ ਤੇ ਸਰਕਾਰਾਂ ਮਿਲ ਕੇ ਕਰ ਰਹੀਆਂ ਨੇ, ਜਿਹਦਾ ਨਤੀਜਾ ਇਹ ਸਾਰਾ ਸੰਕਟ ਆਗਾ। ਔਰ ਜਿਸ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ ਸੀਗਾ, GDP ਤੁਸੀਂ ਵਧਾਈ ਜਾਂਦੇ ਹੋ। ਇੱਕ GDP ਕਹਿੰਦੇ, ਇੱਕ GDH ਕਿਹਾ ਜਾਂਦਾ ਕਈ ਮੁਲਕਾਂ 'ਚ, ਗ੍ਰੋਸ ਡੋਮੈਸਟਿਕ ਹੈਪੀਨੈਸ। ਤੁਹਾਡੇ ਅਮੀਰ ਹੋਣ ਦੇ ਨਾਲ ਖੁਸ਼ੀ ਆਉਂਦੀ ਹੈ ਤੁਹਾਡੇ ਕੋਲੇ, ਜਾਂ ਸਟ੍ਰੈਸ ਵੱਧਦਾ, ਜਾਂ ਤੁਸੀਂ ਡਿਪਰੈਸ਼ਨ ਚਲੇ ਜਾਂਦੇ ਹੋ। ਤੁਹਾਡੇ ਸਮਾਜ ਨੇ ਜਿਹੜੇ, ਤਾਂ ਭੂਟਾਨ ਇੱਕ ਮੁਲਕ ਮੰਨਿਆ ਜਾਂਦਾ, ਜਿੱਥੇ ਭੂਟਾਨ ਦੇ ਅੰਦਰ ਇਹ ਕਿਹਾ ਜਾਂਦਾ ਕਿ ਬਹੁਤ ਉਹਨਾਂ ਨੇ ਆਕਸੀਜਨ ਵਾਲੇ ਪੱਖੋਂ ਵੀ, ਮਤਲਬ ਦੁਨੀਆ ਦੇ ਬਹੁਤ ਘੱਟ ਹਿੱਸਿਆਂ ਦੇ ਅੰਦਰ ਇਸ ਟਾਈਮ ਆਕਸੀਜਨ ਦਾ ਲੈਵਲ ਆ ਜਿਹੜਾ ਠੀਕ ਆ। ਭਾਰਤ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਜੰਗਲ ਵੱਢੇ ਗਏ, ਇੱਥੇ ਕਾਰਬਨ ਜ਼ਿਆਦਾ, ਆਕਸੀਜਨ ਘੱਟ ਹੈ। ਜਿੱਥੇ ਕਾਰਬਨ ਜ਼ਿਆਦਾ ਹੁੰਦੀ ਆ ਉੱਥੇ ਅਲਟੀਮੇਟਲੀ ਬੰਦਾ ਡਿਪਰੈਸ਼ਨ 'ਚ ਲੈਣ ਲੱਗ ਜਾਂਦਾ, ਵੈਸੇ ਕੁਦਰਤੀ ਤੌਰ 'ਤੇ ਡਿਪਰੈਸ਼ਨ 'ਚ ਹੋ ਜਾਂਦਾ, ਕਿਉਂਕਿ ਤੁਹਾਨੂੰ ਸਹੀ ਆਕਸੀਜਨ ਨਹੀਂ ਮਿਲ ਰਹੀ। ਜਿੱਥੇ ਸਹੀ ਆਕਸੀਜਨ ਹੋ ਉੱਥੇ ਸਿਹਤ ਦੇ ਤੌਰ 'ਤੇ, ਮਾਨਸਿਕ ਤੌਰ 'ਤੇ ਵਧੀਆ ਲੋਕ ਹੁੰਦੇ ਆ। ਜਿੱਥੇ ਆਕਸੀਜਨ ਘੱਟ ਹੈ ਉੱਥੇ ਮਾਨਸਿਕ ਤੌਰ 'ਤੇ ਵੀ ਤੁਸੀਂ ਠੀਕ ਨਹੀਂ ਰਹਿੰਦੇ, ਸਰੀਰਕ ਤੌਰ 'ਤੇ ਤੁਸੀਂ ਠੀਕ ਨਹੀਂ ਰਹਿੰਦੇ, ਜਿਹਦਾ ਨਤੀਜਾ ਫਿਰ ਅਸੀਂ ਦੇਖ ਰਹੇ ਹਾਂਗੇ ਕਿ ਅਗਲੇ ਸਮਿਆਂ ਦੇ ਅੰਦਰ ਚੀਜ਼ਾਂ ਕਿੱਧਰ ਨੂੰ ਜਾ ਰਹੀਆਂ ਨੇ। ਤਾਂ ਵੱਡੇ ਪੱਧਰ ਦੇ ਉੱਤੇ ਅਸੀਂ ਇਹ ਸੰਕਟ ਦੇਖਿਆਗਾ ਕਿ ਕਿਸ ਤਰੀਕੇ ਦੇ ਨਾਲ ਗਰੋਥ ਵੱਧਦੀ ਗਈ ਪਰ ਖੁਸ਼ੀਆਂ ਖੁੱਸਦੀਆਂ ਗਈਆਂ। ਗਰੋਥ ਵੀ ਕਿੰਨਾ ਕੋਲੇ ਗਈ, ਵੱਡੇ ਕਾਰਪੋਰੇਟ ਕੋਲੇ, ਦੁਨੀਆ ਦੇ ਕੋਲੇ, ਚਾਹੇ ਉਹ ਅਮਰੀਕਾ ਦਾ ਕੋਈ ਵੱਡਾ ਕਾਰਪੋਰੇਟ ਆ, ਚਾਹੇ ਭਾਰਤ ਦਾ। ਉਹ ਵੀ ਉਹਦੇ ਸਾਧਨਾਂ ਦੀ ਵੰਡ ਵੀ ਆਮ ਲੋਕਾਂ 'ਚ, ਵਿਚਾਰਿਆਂ 'ਚ ਨਹੀਂ ਹੋਈ। ਨੇਚਰ ਦਾ ਇੱਕ ਸਿਧਾਂਤ ਆ, ਕੁਦਰਤ ਦੇ ਅੰਦਰ ਚੀਜ਼ਾਂ ਜਿਹੜੀਆਂ ਨੇ ਉਹ ਬੜੀਆਂ ਬੈਲੈਂਸ ਨੇ। ਕੁਦਰਤ ਦੇ ਅੰਦਰ ਹਰ ਚੀਜ਼ ਕੱਟੀ ਜਾਂਦੀ ਆ, ਫਿਰ ਪੈਦਾ ਹੁੰਦੀ ਹੈ। ਕੁਦਰਤ ਦੇ ਅੰਦਰ ਜਿਹੜਾ ਸਿਧਾਂਤ ਨੇ ਉਹ ਵੱਖਰੇ ਤਰ੍ਹਾਂ ਦੇ ਨੇ। ਜਾਨਵਰ ਅੱਜ ਵੀ ਬੰਦੇ ਨਾਲੋਂ ਵੱਧ ਅਨੁਸ਼ਾਸਨ 'ਚ ਨੇ, ਕਿਉਂਕਿ ਕੁਦਰਤ ਦੇ ਨੇੜੇ ਰਹਿੰਦੇ ਨੇ ਉਹ। ਤੇ ਇੱਥੇ ਤਾਂ ਜਿਸ ਤਰੀਕੇ ਦੇ ਨਾਲ ਇੱਕ ਬੰਦਾ ਕਹਿੰਦਾ ਕਿ ਸਾਰੀ ਦੁਨੀਆ ਮੈਂ ਹੀ ਕੈਪਚਰ ਕਰ ਲਾਂ, ਸਾਰਾ ਭਾਰਤ ਮੈਂ ਕੈਪਚਰ ਕਰ ਲਾਂ, ਕਿ ਇਹ ਸਿਵਲਾਈਜੇਸ਼ਨ ਆ, ਕਿ ਇਹਨੂੰ ਸੱਭਿਅਤਾ ਕਹੋਗੇ, ਕਿ ਇਹ ਸੱਭਿਅਕ ਹੋਣਾ? ਮੈਂ ਅਕਸਰ ਕਹਿਣਾ ਹੁੰਦਾ, ਜਿਹਨੂੰ ਅਸੀਂ ਸੱਭਿਅਤਾ ਕਹਿੰਦੇ ਆ, ਸਿਵਲਾਈਜੇਸ਼ਨ ਕਹਿੰਦੇ ਆ, ਇਹਦੇ ਤੇ ਬਹੁਤ ਵੱਡੇ ਸਵਾਲ ਨੇ। ਸੱਭਿਅਤਾ ਕੀ ਹੁੰਦੀ ਹੈ, ਕੀ ਨਹੀਂ ਹੁੰਦੀ, ਇਹ ਸਵਾਲ ਖੜੇ ਹੋ ਜਾਂਦੇ ਨੇ। ਕਿ ਇਹ ਸੱਭਿਅਕ ਲੋਕ ਨੇ ਜਿਹੜੇ ਕਹਿੰਦੇ ਕਿ ਸਾਰੇ ਸਾਧਨ ਸਾਡੇ ਕੋਲ ਆ ਜਾਣ, ਸਾਰੇ ਪੈਸਾ ਸਾਡੇ ਕੋਲ ਆ ਜੇ,
ਜਿਨ੍ਹਾਂ ਲਈ ਜੀਣਾ ਇੰਪੋਰਟੈਂਟ ਨਹੀਂ ਆ, ਸ਼ੋਸ਼ਣ ਇੰਪੋਰਟੈਂਟ ਆ। ਤੇ ਇਸ ਕਰਕੇ ਇਹ ਜਿਹੜੀਆਂ ਤਬਾਹੀਆਂ ਦੁਨੀਆ ਤੇ ਮੱਚੀਆਂ ਨੇ, ਇਹਨਾਂ ਦੇ ਲਈ ਉਹ ਵੱਡੇ ਕਾਰਪੋਰੇਟ, ਇਹਦੀ ਜਿਹੜੀ ਸ਼ੁਰੂਆਤ ਜੈਸੀ ਕਿ ਅਮਰੀਕਾ ਵਰਗੇ ਮੁਲਕਾਂ ਤੋਂ ਹੁੰਦੀ ਹੈਗੀ, ਉਹਨਾਂ ਮੁਲਕਾਂ ਜਿਹੜੇ ਬਹੁਤ ਅਮੀਰ ਨੇ, ਜਿਹੜੇ ਦੁਨੀਆ ਨੂੰ ਐਕਸਪਲੋਇਟ ਕਰ ਸਕਦੇ ਨੇ, ਉਹ ਦੁਨੀਆ ਨੂੰ ਸ਼ੋਸ਼ਿਤ ਕਰਨ ਲੱਗੇ ਹੋਏ ਨੇ। ਦੁਨੀਆ ਦੇ ਸਾਧਨਾਂ ਦਾ ਐਕਸਪਲੋਇਟੇਸ਼ਨ ਕਿਵੇਂ ਕਰਨਾ, ਪਾਣੀ ਦਾ, ਜੰਗਲਾਂ ਦਾ, ਖਣਿਜ ਪਦਾਰਥਾਂ ਦਾ। ਆਪਦਾ ਤੇਲ ਨਹੀਂ ਅਮਰੀਕਾ ਨੇ ਅਜੇ ਤੱਕ ਕੱਢਿਆ, ਅਰਬ ਦੇ ਤੇਲ ਤੋਂ ਸਾਰੀ ਆਪਦੀ ਚਲਾਉਂਦਾ। ਤੇ ਦੁਨੀਆ ਦੇ ਅੰਦਰ ਜਿੱਥੇ ਲੜਾਈਆਂ ਲਾਉਂਦਾ ਉਹ ਅਮਰੀਕਾ, ਕਿੱਥੇ ਕਿੱਥੇ ਜਿੱਥੇ ਉਹਨੂੰ ਕਿਹਾ ਜਾਂਦਾ ਵਾਰ ਔਨ ਟੈਰਰਿਜ਼ਮ ਸ਼ਬਦ ਉਹਨਾਂ ਨੇ ਕੱਢਿਆ ਸੀਗਾ, ਜਦੋਂ ਕਿ ਉਹ ਵਾਰ ਔਨ ਆਇਲ ਸੀ ਜਾਂ ਵਾਰ ਔਨ ਰਿਸੋਰਸ ਸੀ। ਯਾਨੀ ਜਿੱਥੇ ਜਿੱਥੇ ਸਾਧਨ ਨੇ, ਰਿਸੋਰਸ ਨੇ, ਉਹ ਕਿਵੇਂ ਆਪਦੇ ਕਬਜ਼ੇ 'ਚ ਲੈਣੇ। ਇਰਾਕ 'ਚ, ਅਫਗਾਨਿਸਤਾਨ 'ਚ ਜਿੱਥੇ ਤਾਲਿਬਾਨਾਂ ਨੇ ਵਿਰੋਧ ਕੀਤਾ ਬਾਅਦ 'ਚ ਉਹਨਾਂ ਦਾ, ਜਾਂ ਹੋਰਾਂ ਨੇ, ਅਫਗਾਨੀਆਂ ਨੇ ਵਿਰੋਧ ਕੀਤਾ ਜਾਂ ਇਰਾਕੀਆਂ ਨੇ ਵਿਰੋਧ ਕੀਤਾ, ਲੀਬੀਆ ਦੇ ਅੰਦਰ ਕੀ ਸੀ। ਇਹ ਸਾਰੀਆਂ ਕਹਾਣੀਆਂ ਬੜੀਆਂ ਕੰਪਲੀਕੇਟਡ ਨੇ। ਤੇ ਉਹ 'ਚ ਕਿਵੇਂ ਕੁਦਰਤ ਦੀ ਤਬਾਹੀ ਮਚਾਈ ਇਹਨਾਂ ਲੋਕਾਂ ਨੇ, ਚਾਹੇ ਉਹ ਵੱਡੇ ਵੱਡੇ ਪਹਾੜ ਸੀ, ਚਾਹੇ ਵੱਡੇ ਵੱਡੇ ਕੋਈ ਟਿੱਬੇ ਸੀਗੇ, ਜਿਨ੍ਹਾਂ 'ਚ ਬਹੁਤ ਸਾਰੇ, ਜਿਵੇਂ ਖਾਸ ਤੌਰ ਤੂਰਾ ਬੋਰਾ ਦੀਆਂ ਜਿਹੜੀਆਂ ਪਹਾੜੀਆਂ ਨੇ, ਉੱਥੇ ਬਹੁਤ ਵੱਡੇ ਪੱਧਰ 'ਤੇ ਕਿਹਾ ਜਾਂਦਾ ਖਣਿਜ ਪਦਾਰਥ ਨੇ। ਤਾਂ ਜਿੱਥੇ ਜਿੱਥੇ ਖਣਿਜ, ਚਾਹੇ ਝਾਰਖੰਡ, ਛੱਤੀਸਗੜ੍ਹ, ਤਾਂ ਉਹਨਾਂ ਨੂੰ ਐਕਸਪਲੋਇਟ ਕਰਨ ਦੀ ਗੱਲ ਹੈ। ਇਸੇ ਕਰਕੇ ਦੁਨੀਆ ਦੇ ਉੱਤੇ ਮਜੇ, ਚਾਹੇ ਪੰਜਾਬ ਦੇ ਅੰਦਰ ਆਪਾਂ ਦੇਖਿਆਗਾ, ਪੰਜਾਬ ਦੇ ਅੰਦਰ ਤੁਸੀਂ ਪਾਣੀ ਤਬਾਹ ਕਰਤੇ, ਪੰਜਾਬ ਦੇ ਅੰਦਰ ਤੁਸੀਂ ਜੰਗਲ ਤਬਾਹ ਕਰਤੇ, ਪੰਜਾਬ ਦੇ ਅੰਦਰ ਤੁਸੀਂ ਮਾਈਨਿੰਗ ਦੇ ਨਾਲ, ਹੋਰ ਚੀਜ਼ਾਂ ਦੇ ਨਾਲ ਕਿੰਨੀ ਤਬਾਹੀ ਮਚਾਈ ਹੈਗੀ। ਤਾਂ ਇਹ ਜਿਹੜੀ ਤਬਾਹੀ ਅਲਟੀਮੇਟਲੀ ਇਹ ਸਿਵਲਾਈਜੇਸ਼ਨ ਨੂੰ ਖਤਮ ਕਰਨ ਦੀ। ਇਸੇ ਕਰਕੇ ਸਰਕਾਰਾਂ ਨੂੰ ਲੋਕ ਕਹਿੰਦੇ ਹੈਗੇ, ਇਹੋ ਜਿਹੇ ਵਿਗਿਆਨੀ ਹੱਥ ਬੰਨ੍ਹ ਕੇ ਬੇਨਤੀ ਕਰਦੇ, ਅਸੀਂ ਵੀ ਕਰਦੇ ਹਾਂ ਕਿ ਭਾਈ ਦੁਨੀਆ ਤਾਂ, ਜੇ ਤੁਸੀਂ ਦੁਨੀਆ ਬਚੇਗੀ ਤਾਂ ਹੀ ਰਹੋਗੇ ਜਿਹੜੇ ਸਾਧਨਾਂ ਨੂੰ ਐਕਸਪਲੋਇਟ ਕਰੀ ਜਾਂਦੇ ਹੋ। ਜੇ ਦੁਨੀਆ ਦੀ ਹੀ ਖਤਮ ਹੋ ਗਈ, ਦੁਨੀਆ ਖਤਮ ਹੋਣ ਦੇ ਕਿਨਾਰੇ ਤੁਸੀਂ ਲਿਜਾ ਰਹੇ ਹੋ, ਤਾਂ ਤੁਹਾਡੇ ਸਾਧਨਾਂ ਦਾ ਵੀ ਕੀ ਰਹੋਗੇ। ਇਸ ਕਰਕੇ ਘੱਟੋ ਘੱਟ ਆਪਣੇ ਮਾਡਲ ਨੂੰ ਘੱਟੋ ਘੱਟ ਨੇਚਰ ਸੈਂਟਰਿਕ ਤਾਂ ਰੱਖੋ। ਪਰ ਕਿਉਂਕਿ ਉਹ 'ਚ ਕੰਟਰਾਡਿਕਸ਼ਨ ਆ, ਉਹ 'ਚ ਵਿਰੋਧਤਾ ਹੀ ਹੈ, ਫਿਰ ਤੁਸੀਂ ਇੰਨਾ ਸ਼ੋਸ਼ਣ ਨਹੀਂ ਕਰ ਸਕਦੇ। ਸ਼ੋਸ਼ਣ ਦੇ ਲਈ ਤੁਸੀਂ ਕਿਸੇ ਹੱਦ ਤੱਕ ਜਾਣਾ, ਕਿਉਂਕਿ ਤੁਸੀਂ ਪੈਸਾ ਇਕੱਠਾ ਕਰਨਾ। ਉਹ ਗਰੋਥ ਜਿਹੜੀ GDP ਹੈ, GDP ਨਹੀਂ GDH, ਗ੍ਰੋਸ ਡੋਮੈਸਟਿਕ ਹੈਪੀਨੈਸ ਕਿੰਨੀ ਹੈ ਇੰਪੋਰਟੈਂਟ ਆ, ਨਾ ਕਿ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਕਿੰਨੀ ਹੈ ਇੰਪੋਰਟੈਂਟ ਆ। ਸਰਕਾਰਾਂ ਇੰਨੇ ਗੰਭੀਰ ਮਸਲੇ ਦੇ ਵੱਲ ਗੌਰ ਕਿਉਂ ਨਹੀਂ ਕਰਦੀਆਂ? ਕਾਨੂੰਨ ਤਾਂ ਬਣੇ ਹੋਏ ਨੇ, ਪਰ ਸਖਤੀ ਦੇ ਨਾਲ ਲਾਗੂ ਕਿਉਂ ਨਹੀਂ ਹੋ ਰਹੇ? ਸਰਕਾਰ ਸਖਤੀ ਕਿਉਂ ਨਹੀਂ ਵਰਤ ਰਹੀ? ਨਹੀਂ, ਸਖਤ ਤੋਂ ਸਖਤ ਕਾਨੂੰਨ ਬਣੇ ਹੋਏ ਨੇ, ਕਾਨੂੰਨਾਂ ਨੂੰ ਫੋਲੋ ਕੌਣ ਕਰਵਾਵੇ? ਸਰਕਾਰਾਂ ਨੇ ਕਾਨੂੰਨ ਬਣਾ ਲਏ। ਜਿਹੜੇ ਕਾਨੂੰਨਾਂ ਨੂੰ ਭੰਗ, ਹੁਣ ਸਾਡੇ ਇੱਥੇ ਫੈਕਟਰੀਆਂ ਨੇ, ਉਹਨਾਂ ਫੈਕਟਰੀਆਂ ਦੇ ਅੰਦਰ ਜਿਹੜਾ ਇਹ ਜਿਸ ਤਰੀਕੇ ਦੇ ਨਾਲ ਬੋਰਿੰਗ ਕਰਨ ਦਾ ਸਿਸਟਮ ਆ ਕਿ ਭਾਈ ਗੰਦਾ ਪਾਣੀ, ਬੁੱਢਾ ਨਾਲਾ ਜਾ ਕੇ ਦੇਖ ਲਓ ਜੀ, ਗੰਦਾ ਬਹੁਤ ਹੈ। ਕਿਹਨੇ ਕੀਤਾ? ਸਾਡੇ ਪਾਣੀ ਨੂੰ ਪੋਲਿਊਟ ਕਿਹਨੇ ਕੀਤਾਗਾ? ਇੰਡਸਟਰੀ ਨੇ ਕੀਤਾ ਨਾ ਅਲਟੀਮੇਟਲੀ। ਤਾਂ ਇੰਡਸਟਰੀ ਜਦੋਂ ਪੈਸੇ ਕਮਾ ਰਹੀ ਹੈ, ਸਭ ਕੁਝ ਕਰ ਰਹੀ ਹੈ, ਕੀ ਉਹਦੇ ਲਈ ਕਾਨੂੰਨ ਵਿਧਾਨ ਨਹੀਂ ਹੋਣਾ ਚਾਹੀਦਾ? ਮੱਛੀਆਂ ਮਰੀਆਂ ਕਿੰਨੇ ਵੱਡੇ ਪੱਧਰ 'ਤੇ, ਉਹ ਮਤਲਬ ਇਹੋ ਜਿਹੇ ਜੀਵ ਵਿਚਾਰੇ ਜਿਹੜੇ ਬੋਲ ਨਹੀਂ ਸਕਦੇ, ਉਹ ਮਰ ਰਹੇ ਨੇ। ਉਹ ਵੈਸੇ ਕਿੱਡਾ ਵੱਡਾ ਪਾਪ ਤੁਸੀਂ ਚੜਾ ਰਹੇ ਹੋਗੇ। ਤਾਂ ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਦੇ ਬਾਰੇ ਸਰਕਾਰ ਕਾਨੂੰਨ ਬਣਾਉਂਦੀਆਂ ਨੇ, ਪਰ ਕਿਉਂਕਿ ਇੰਡਸਟਰੀਲਿਸਟ ਤਕੜਾ ਗਾ, ਅਮੀਰ ਆ, ਉਹ ਆਪਣੇ ਸਰਕਾਰ ਆਪਣੇ ਮੁਤਾਬਕ ਚਲਾਉਣ ਲੱਗ ਜਾਂਦਾ। ਕਿਸਾਨ ਕਹੀ ਰਹੇ ਨੇ ਨਾ ਕਿ ਅਡਾਨੀ ਤੇ ਬਾਨੀ ਆਪਣੇ ਮੁਤਾਬਕ ਸਰਕਾਰ ਚਲਾ ਰਹੇ ਨੇ, ਰਾਹੁਲ ਗਾਂਧੀ ਵੀ ਕਹਿ ਰਹੇ ਨੇ, ਆਪੋਜੀਸ਼ਨ ਸਾਰੀ ਕਹਿ ਰਹੀ ਹੈ। ਜਦੋਂ ਸਰਕਾਰ ਹੀ ਤੁਸੀਂ ਆਪਣੇ ਮੁਤਾਬਕ ਚਲਾਉਣੀ ਹੈ, ਤੁਹਾਡੇ ਤੇ ਕਾਨੂੰਨ ਕਾਹਦਾ ਲਾਗੂ ਹੈਗਾ? ਔਰ ਦੁਨੀਆ ਦੇ ਅੰਦਰ ਵੀ ਇਹੀ ਰੂਲ ਹੈਗਾ। ਦੁਨੀਆ ਦੇ ਅੰਦਰ ਵੀ ਵੱਖ-ਵੱਖ ਤਰੀਕੇ ਜਿਹੜਾ ਵੱਡੇ ਕਾਰਪੋਰੇਟ ਆ, ਉਹ ਆਪਣੇ ਤਰੀਕੇ ਨਾਲ ਦੁਨੀਆ ਨੂੰ ਚਲਾ ਰਹੇ ਨੇ। ਵੱਡੇ ਵੱਡੇ ਬਿਜ਼ਨਸ ਹਾਊਸਿਸ ਨੇ ਜਿਹੜੇ ਆਪਣੇ ਤਰੀਕੇ ਨਾਲ ਸਾਰੀ ਦੁਨੀਆ ਨੂੰ ਐਕਸਪਲੋਇਟ ਕਰਨ ਲੱਗੇ ਹੋਏ ਨੇ। ਇਸ ਕਰਕੇ ਗੱਲ ਸਰਕਾਰਾਂ ਤੇ ਨਹੀਂ ਟਿਕਦੀ, ਇਕੱਲੀ ਗੱਲ ਲੋਕਾਂ ਤੇ ਟਿਕਦੀ ਆ। ਜਦੋਂ ਲੋਕ ਲਹਿਰਾਂ ਹੋਣਗੀਆਂ, ਜਦੋਂ ਲੋਕ ਖੜੇ ਹੋਣਗੇ, ਜਦੋਂ ਲੋਕ ਚਤੰਨ ਹੋਣਗੇ, ਜਦੋਂ ਲੋਕਾਂ ਦਾ ਪ੍ਰੈਸ਼ਰ ਹੋਏਗਾ, ਸਰਕਾਰਾਂ ਸਿੱਧੇ ਰਾਹ ਪੈ ਜਾਣਗੀਆਂ। ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕ ਵੀ, ਸਰਕਾਰਾਂ ਦੀ ਤਾਂ ਬਣਦੀ ਹੈ, ਸਰਕਾਰਾਂ ਤਾਂ ਹੱਥ ਖੜੇ ਕਰ ਗਈਆਂ ਆਪਣੀ ਜ਼ਿੰਮੇਵਾਰੀ ਤੋਂ। ਹੁਣ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਜਦੋਂ ਸਰਕਾਰ, ਜੋ ਸਭ ਕੁਝ ਡੁੱਬਣ ਲੱਗੇ ਨਾ, ਫਿਰ ਅਲਟੀਮੇਟਲੀ ਹੋਪ ਲੋਕ ਹੁੰਦੇ ਨੇ। ਇੱਥੇ ਸਭ ਕੁਝ ਡੁੱਬਣ ਲੱਗਿਆ ਹੋਇਆ, ਹੁਣ ਆਖਰੀ ਹੋਪ ਲੋਕ ਨੇ। ਜਦੋਂ ਲੋਕ ਲੜਦੇ ਆ, ਜਦੋਂ ਲੋਕ ਸੰਘਰਸ਼ ਕਰਦੇ ਆ, ਜਦੋਂ ਲੋਕ ਆਪਣੇ ਹੱਕਾਂ ਲਈ ਖੜੇ ਹੁੰਦੇ ਆ, ਤਾਂ ਸਰਕਾਰਾਂ ਵੀ ਝੰਡੇ ਤੇ ਆ ਜਾਂਦੀਆਂ ਨੇ, ਕਾਰਪੋਰੇਟ ਵੀ ਆਪਣੇ ਝੰਡੇ ਤੇ ਆਜੂ। ਇਸ ਕਰਕੇ ਲੋਕਾਂ ਨੂੰ ਖੜੇ ਹੋਣ ਦੀ ਲੋੜ ਹੈ। ਲੋਕ ਆਪਣੇ ਜਿਹੜੇ ਅਧਿਕਾਰ ਨੇ ਉਹਨਾਂ ਪ੍ਰਤੀ ਚਤੰਨ ਹੋਣ, ਲੋਕ ਆਪਣੀ ਗੱਲ ਪ੍ਰਤੀ ਅੱਗੇ ਵਧਣ, ਤਾਂ ਹੀ ਕੁਦਰਤ ਬਚ ਸਕਦੀ ਹੈ, ਤਾਂ ਹੀ ਸਮਾਜ ਬਚ ਸਕਦਾ ਹੈ, ਤਾਂ ਹੀ ਸਾਡਾ ਸਿਸਟਮ ਬਿਹਤਰ ਹੋ ਸਕਦਾ ਜੀ। ਜਿਹੜਾ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ, ਚੇਤਾਵਨੀ ਦਿੱਤੀ ਹੈ, ਬਚਾਇਆ ਕਿਵੇਂ ਜਾ ਸਕਦਾ, ਰੋਕਿਆ ਕਿਵੇਂ ਜਾ ਸਕਦਾ, ਇਹਦਾ ਹੱਲ ਕੀ ਹੋ ਸਕਦਾ? ਦੇਖੋ, ਇਹਦਾ ਹੱਲ ਤਾਂ ਮੋਟਾ ਜਿਹਾ ਉਹਨਾਂ ਨੇ ਵੀ ਦੱਸਿਆ ਹੈਗਾ। ਇਹਦਾ ਹੱਲ ਤੇ ਇਹੀ ਹੈ ਕਿ ਗਰੋਥ ਨੂੰ ਘਟਾਓ ਆਪਣੀ, ਜਿਹੜਾ ਐਂ ਵੀ ਗਰੋਥ ਹੀ ਗਰੋਥ, ਪੈਸਾ ਹੀ ਪੈਸਾ, ਕਿੱਥੇ ਲੈ ਕੇ ਜਾਣਾ? ਪੈਸਾ ਬੰਦੇ ਲਈ ਹੈ ਜਾਂ ਬੰਦਾ ਪੈਸੇ ਲਈ ਹੈ? ਪੈਸਾ ਬੰਦੇ ਲਈ ਹੈ ਨਾ, ਬੰਦਾ ਪੈਸੇ ਲਈ ਤਾਂ ਨਹੀਂ। ਇੱਥੇ ਇਹਨਾਂ ਨੇ ਸਿਸਟਮ ਐ ਬਣਾਤਾ ਕਿ ਬੰਦਾ ਪੈਸੇ ਲਈ ਆ। ਜਦੋਂ ਪੈਸਾ ਬੰਦੇ ਲਈ ਆ, ਬੰਦਾ ਪੈਸੇ ਲਈ ਨਹੀਂ ਆ, ਤਾਂ ਫਿਰ ਸਿਸਟਮ ਵੀ ਉਹ ਸਾਰਾ ਬਣਨਾ ਚਾਹੀਦਾ ਕਿ ਜਿਹਦੇ 'ਚ ਨੇਚਰ ਵੀ ਤਾਂ ਠੀਕ ਰਹੋ ਜਦੋਂ ਤੁਸੀਂ ਉਹ ਸ਼ੋਸ਼ਣ ਨਹੀਂ ਕਰੋਗੇ। ਕਿਉਂਕਿ ਅਲਟੀਮੇਟਲੀ ਗੇਮ ਆ ਕੇ ਤੁਹਾਡੇ ਲਾਲਚ ਦੇ ਉੱਤੇ ਟਿੱਕੀ ਹੋਈ ਆ।
ਲਾਲਚ ਵੀ ਅਥਾਹ ਲਾਲਚ, ਯਾਨੀ ਲਾਲਚ ਦੀ ਕੋਈ ਸੀਮਾ ਨਹੀਂ ਹੈ, ਕੋਈ ਹੱਦ ਨਹੀਂ ਹੈ ਲਾਲਚ ਦੀ। ਸਾਰੀਆਂ ਹੱਦਾਂ ਪਾਰ ਕਰ ਗਿਆ ਕਾਰਪੋਰੇਟ ਤੇ ਸਰਕਾਰਾਂ, ਜਿਹਦੇ ਨਤੀਜੇ ਸਾਨੂੰ ਆ ਭੁਗਤਣੇ ਪੈ ਰਹੇ ਨੇ। ਪੂਰੀ ਦੁਨੀਆ ਦੇ ਅੰਦਰ ਸਿਵਲਾਈਜੇਸ਼ਨ ਖਤਮ ਹੋ ਜੂ। ਇਹ ਤਾਂ ਲੱਭ ਰਹੇ ਨੇਗੇ ਕਿ ਮੂਨ ਤੇ ਕਿਵੇਂ ਜਾਇਆ ਜਾ ਸਕਦਾ, ਯਾਨੀ ਪੂਰਾ ਪਲੈਨਟ ਹੀ ਚੇਂਜ ਕਰ ਦਈਏ। ਇੱਥੋਂ ਤੱਕ ਵੀ ਭਵਿੱਖਬਾਣੀਆਂ ਹੋਈਆਂ ਨੇ ਕਿ ਪਲੈਨਟ ਰਹਿਣ ਯੋਗ ਨਹੀਂ ਬਚੇਗਾ, ਧਰਤੀ ਰਹਿਣ ਯੋਗ ਗ੍ਰਹਿ ਨਹੀਂ ਬਚੇਗਾ, ਕਿਸੇ ਹੋਰ ਗ੍ਰਹਿ ਤੇ ਸ਼ਿਫਟ ਕਰ ਦਿਓ ਇਹਨਾਂ ਨੂੰ। ਇਹ ਨਹੀਂਗਾ ਕਿ ਇਸ ਗ੍ਰਹਿ ਨੂੰ ਠੀਕ ਕਰ ਲਈਏ। ਦੁਨੀਆ ਤੇ ਪਹਿਲਾਂ ਹੀ ਬਹੁਤ ਸਾਰੇ ਸਿਵਲਾਈਜੇਸ਼ਨ ਖਤਮ ਹੋਇਆ ਨਾ, ਹੜੱਪਾ ਸੱਭਿਅਤਾ, ਮਹਿੰਜੋਦੜੋ, ਆਪਾਂ ਕਿੰਨੀਆਂ ਸੱਭਿਅਤਾਵਾਂ ਦੇਖਦੇ ਖਤਮ, ਕਿਉਂ ਖਤਮ ਹੋਈਆਂ? ਉਹਦੇ ਬਹੁਤ ਸਾਰੇ ਰੀਜ਼ਨ ਨੇ। ਕੋਈ ਪਾਣੀ ਨਾਲ ਖਤਮ ਹੋ ਗਈ, ਕੋਈ ਕਿਸੇ ਚੀਜ਼ ਨਾਲ ਖਤਮ ਹੋ ਗਈ, ਕੋਈ ਲੜਕੇ ਖਤਮ ਹੋ ਗਈ। ਪਰ ਇਹ ਪਹਿਲੀ ਸੱਭਿਅਤਾ ਮੈਨੂੰ ਲੱਗਦਾ ਹੋਏਗੀ ਜਿਹੜੀ ਆਪਣੇ ਕਾਰਨਾਂ ਕਰਕੇ, ਉਹ ਸੱਭਿਅਤਾ ਹੋਏਗੀ ਜਿਹੜੀ ਆਪਣੇ ਆਪ ਨੂੰ ਆਪ ਖਤਮ ਕਰੇਗੀ। ਔਰ ਲਾਲਚ ਵਸ ਪੈ ਕੇ, ਜਿਹਦੇ 'ਚ ਬਹੁਤ ਵੱਡੇ ਕੁਛ ਲੋਕ ਨੇ ਜਿਹੜੇ ਇੰਨੇ ਲਾਲਚੀ ਹੋ ਗਏ ਜਿਹਨੂੰ ਲੱਗਦਾ ਦੁਨੀਆ ਚਾਹੇ ਤਬਾਹ ਹੋ ਜੇ। ਇਸ ਕਰਕੇ ਜਦੋਂ ਤੱਕ ਸਾਡਾ ਮਾਡਲ ਕੁਦਰਤ ਦੇ ਪੱਖੀ ਨਹੀਂ ਹੋਏਗਾ, ਲੋਕ ਪੱਖੀ ਨਹੀਂ ਹੋਏਗਾ, ਸਮਾਜ ਪੱਖੀ ਨਹੀਂ ਹੋਏਗਾ, ਮਨੁੱਖ ਪੱਖੀ ਨਹੀਂ ਹੋਏਗਾ, ਉਦੋਂ ਤੱਕ ਫਿਰ ਇਹੀ ਹਾਲ ਰਹੇਗਾ। ਮਾਡਲ ਦੀ ਲੋੜ ਆ ਜਿਹੜਾ ਲੋਕਾਂ ਦੇ ਪੱਖ ਤੋਂ ਬਣਾਇਆ ਜਾਵੇ, ਜਿਹੜਾ ਕੁਦਰਤ ਦੇ ਪੱਖ ਤੋਂ ਬਣਾਇਆ ਜਾਵੇ, ਜਿਹੜਾ ਹਮੇਸ਼ਾ ਜਦੋਂ ਕੋਈ ਵੀ ਚੀਜ਼ਾਂ ਕਰਨੀਆਂ ਹੋਣ ਕੁਦਰਤ ਨੂੰ ਮੁੱਖ ਰੱਖ ਕੇ ਚੱਲੇ, ਲੋਕਾਂ ਨੂੰ ਮੁੱਖ ਰੱਖ ਕੇ ਚੱਲੇ, ਸਮਾਜ ਨੂੰ ਮੁੱਖ ਰੱਖ ਕੇ ਚੱਲੇ। ਜੀ, ਤਾਂ ਦੁਨੀਆ ਦੇ 11,000 ਵਿਗਿਆਨੀਆਂ ਦੇ ਵੱਲੋਂ ਕਿਹਾ ਗਿਆ ਕਿ ਦੁਨੀਆ ਤਬਾਹ ਹੋਣ ਜਾ ਰਹੀ ਹੈ, ਪਰ ਮਨੁੱਖ ਨੂੰ ਚਾਹੀਦਾ ਕਿ ਕੁਦਰਤ ਦੇ ਨਾਲ ਛੇੜਛਾੜ ਨਾ ਕੀਤੀ ਜਾਵੇ ਤਾਂ ਜੋ ਕਿ ਇਸ ਪ੍ਰਿਥਵੀ ਨੂੰ, ਇਸ ਧਰਤੀ ਨੂੰ ਬਚਾਇਆ ਜਾ ਸਕੇ।